ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਤੁਹਾਡਾ ਸਵਾਗਤ ਹੈ। ਅੱਜ ਜਿਸ ਗੱਲਬਾਤ ਕਰਾਂਗੇ ਜਿਸ ਵਿਸ਼ੇ ਤੇ ਖੇਤੀ ਆਮਦਨ ਵਧਾਉਣ ਵਿੱਚ ਜੰਗਲਾਤ ਦੀ ਮਹੱਤਤਾ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਅਵਤਾਰ ਸਿੰਘ ਜੋ ਪ੍ਰਿੰਸੀਪਲ ਸਾਇੰਟਿਸਟ ਨੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ। ਔਰ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜੰਗਲਾਂ ਹੇਠ ਰਕਬਾ ਔਰ ਵਣ ਖੇਤੀ ਦਾ ਰੋਲ ਔਰ ਇਹ ਜੰਗਲਾਂ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਇੰਨੀ ਜ਼ਿਆਦਾ ਇਹਨਾਂ ਦੀ ਮਹੱਤਤਾ ਹੈ। ਸੋ ਆਓ ਜਾਣੀਏ ਡਾਕਟਰ ਅਵਤਾਰ ਸਿੰਘ ਹੁਣਾਂ ਕੋਲੋਂ ਕਿ ਆਪਾਂ ਕਿੰਨੇ ਆਪਾਂ ਦਰਖਤ ਲਾਉਣੇ ਚਾਹੀਦੇ ਨੇ ਔਰ ਕਿਸ ਤਰ੍ਹਾਂ ਜੰਗਲਾਤ ਦਾ ਪਸਾਰਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਕਰਨਾ ਚਾਹੀਦਾ। ਸੋ ਡਾਕਟਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ। ਔਰ ਸਭ ਤੋਂ ਪਹਿਲਾਂ ਤੁਸੀਂ ਸਾਡੇ ਸਰੋਤਿਆਂ ਨਾਲ ਗੱਲਬਾਤ ਦੱਸੋ ਕਿ ਜੋ ਦਰਖਤ ਨੇ ਜਾਂ ਜੰਗਲਾਤ ਨੇ ਸਾਡੇ ਜੀਵਨ ਦੇ ਵਿੱਚ ਇਹਦੀ ਕੀ ਮਹੱਤਤਾ ਹੈ ਔਰ ਇਸ ਦੇ ਸਾਨੂੰ ਕੀ ਫਾਇਦੇ ਹਨ। ਜੀ ਰਿਆੜ ਸਾਹਿਬ, ਜਿੱਥੋਂ ਤੱਕ ਗੱਲ ਹੈਗੀ ਹੈ ਦਰਖਤਾਂ ਦੀ ਮਹੱਤਤਾ ਦੀ, ਕਿਉਂਕਿ ਸਾਡਾ ਜੀਵਨ ਹੀ ਦਰਖਤਾਂ ਦੇ ਉੱਤੇ ਨਿਰਭਰ ਕਰਦਾ ਹੈ। ਪੰਜਾਬ ਦੇ ਵਿੱਚ ਪਹਿਲਾਂ ਹੀ ਦਰਖਤ ਜਿਹੜੇ ਆ ਬਹੁਤ ਜ਼ਿਆਦਾ ਘੱਟ ਹਨ। ਜਦੋਂ ਕਿ ਸਾਡੀ ਜਿਹੜੀ ਹੈ ਨੈਸ਼ਨਲ ਫੋਰੈਸਟ ਪਾਲਿਸੀ ਹੈ ਉਹਦੇ ਮੁਤਾਬਕ 20% ਹਿੱਸਾ ਜਿਹੜਾ ਸਾਡਾ ਦਰਖਤਾਂ ਥੱਲੇ ਚਾਹੀਦਾ ਹੈ। ਬਿਲਕੁਲ ਜੀ। ਪਰ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ 6% ਹਿੱਸਾ ਜਿਹੜਾ ਦਰਖਤਾਂ ਥੱਲੇ ਹੈ। ਹਾਂਜੀ। ਤੇ ਪਰ ਜਿਉਂ-ਜਿਉਂ ਡਿਵੈਲਪਮੈਂਟ ਹੋ ਰਹੀ ਹੈ, ਨਵੇਂ ਰੋਡਵੇ ਹਾਈਵੇਜ਼ ਬਣ ਰਹੇ ਹੈ, ਕਲੋਨੀਜ਼ ਬਣ ਰਹੀ ਹੈ, ਤਾਂ ਜਿਹੜੀ ਹੈ ਦਰਖਤ ਜਿਹੜੇ ਹੋਰ ਵੀ ਘਟ ਰਹੇ ਹੈ। ਹਾਂਜੀ। ਤੇ ਇਹ ਜਿਹੜਾ ਹੁਣ 14% ਦਾ ਜਿਹੜਾ ਸਾਡਾ ਘਾਟਾ ਹੈਗਾ, ਇਹਨੂੰ ਪੂਰਾ ਜਿਹੜਾ ਕਰਨਾ ਸਾਡਾ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਜਿਹੜੇ ਹੈਗੀ ਹੈ ਕਿ ਕਿਉਂਕਿ ਦਰਖਤਾਂ ਦੀ ਘਾਟ ਹੋਣ ਕਰਕੇ ਇਹਨਾਂ ਦਾ ਸਾਡੇ ਮਹੱਤਤਾ ਇਹਨਾਂ ਦੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ। ਹਾਂਜੀ। ਰਹੀ ਗੱਲ ਇਹਨਾਂ ਦੇ ਫਾਇਦਿਆਂ ਦੀ, ਅਸੀਂ ਜੇ ਇਹਨਾਂ ਦੇ ਫਾਇਦੇ ਨੂੰ ਦੋ ਤਰ੍ਹਾਂ ਦੇ ਵਿਭਾਗਾਂ 'ਚ ਵੰਡਦੇ ਹਾਂ। ਪਹਿਲਾ ਹੈਗਾ ਵੀ ਅਸੀਂ ਸਿੱਧੇ ਫਾਇਦੇ ਦੇ ਵਿੱਚ ਜਿਹੜੇ ਸਾਨੂੰ ਦਿਖਦੇ ਆ, ਜਿਵੇਂ ਦਰਖਤ ਸਾਨੂੰ ਜਿਹੜੇ ਲੱਕੜ ਦਿੰਦੇ ਆ, ਲੱਕੜ ਤੋਂ ਫਰਨੀਚਰ ਬਣਦਾ, ਸਾਡਾ ਪਲਾਈਵੁੱਡ ਬਣਦੀ ਹੈਗੀ ਹੈ, ਕਾਗਜ਼ ਬਣਦਾ, ਕਾਗਜ਼ ਤੋਂ ਇਲਾਵਾ ਜਿਹੜਾ ਹੈਗਾ ਪੈਕਿੰਗ ਦਾ ਜਿਹੜਾ ਮਟੀਰੀਅਲ ਬਣਦਾ, ਫਿਰ ਹੈਗਾ ਖੇਡਾਂ ਦਾ ਸਮਾਨ ਬਣਦਾ। ਬਿਲਕੁਲ ਜੀ। ਫਿਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਇਹ ਪਸ਼ੂਆਂ ਲਈ ਚਾਰਾ ਦਿੰਦੇ ਆ, ਦਵਾਈਆਂ ਬਣਦੀਆਂ ਬਹੁਤ ਸਾਰੀਆਂ ਦਰਖਤਾਂ ਦੇ, ਜਿਵੇਂ ਇਹਨਾਂ ਦੀ ਜੜ੍ਹਾਂ ਤੋਂ, ਫਲਾਂ ਤੋਂ, ਫੁੱਲਾਂ ਤੋਂ, ਤੇ ਜਿਹੜੀ ਗੂੰਦ ਹੈਗੀ ਹੈ ਇਹ ਵੀ ਦਵਾਈਆਂ ਦੇ ਵਿੱਚ ਪੈਂਦੀ ਹੈ। ਇਹ ਹੈਗੇ ਆ ਸਿੱਧੇ ਫਾਇਦੇ ਜਿਹੜੇ ਸਾਨੂੰ ਦਿਖਦੇ ਆ ਵੀ ਅਸੀਂ ਦਰਖਤਾਂ ਤੋਂ ਇਹ ਲੈਂਦੇ ਹੈਗੇ। ਇਹ ਤੋਂ ਇਲਾਵਾ ਸਿੱਧੇ ਫਾਇਦੇ ਨੇ ਜਿਹੜੇ ਸਾਨੂੰ ਦਿਸਦੇ ਨਹੀਂ। ਉਹਨਾਂ ਦੇ ਵਿੱਚ ਸਭ ਤੋਂ ਵੱਡਾ ਤਾਂ ਹੈਗਾ ਵੀ ਅਸੀਂ ਸਾਰੇ ਜਾਣਦੇ ਹਾਂ ਵੀ ਇਹ ਵਾਤਾਵਰਨ ਨੂੰ ਸ਼ੁੱਧ ਕਰਦੇ ਆ। ਬਿਲਕੁਲ। ਉਹ ਕਿਵੇਂ ਕਰਦੇ ਆ ਕਿ ਜਿਹੜੀ ਸਾਡੀ ਕਾਰਬਨ ਡਾਈਆਕਸਾਈਡ ਹੈ, ਜਿਹੜੀਆਂ ਗੈਸਾਂ ਗੰਦੀਆਂ ਨਿਕਲਦੀਆਂ, ਉਹਨਾਂ ਨੂੰ ਲੈ ਕੇ ਸਾਨੂੰ ਆਕਸੀਜਨ ਦਿੰਦੇ ਹੈਗੇ ਆ। ਬਿਲਕੁਲ। ਤੇ ਸਾਡੇ ਲਈ ਇਹ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਫੇਫੜਿਆਂ ਦਾ ਕੰਮ ਕਰਦੇ ਹੈਗੇ ਆ। ਹਾਂਜੀ। ਦੂਸਰਾ ਇਹ ਜਿਹੜਾ ਫਾਇਦਾ ਇਹਨਾਂ ਦਾ ਹੈਗਾ, ਇਹ ਜਿੰਨੇ ਪੰਛੀ ਹੈ ਜਾਂ ਹੋਰ ਕੀਟ ਪਤੰਗੇ ਹੈ ਉਹਨਾਂ ਦਾ ਰਹਿਣ ਬਸੇਰਾ ਨੇ। ਹਾਂਜੀ। ਪੰਛੀ ਆਪਣੇ ਆਲ੍ਹਣੇ ਪਾਉਂਦੇ ਆ, ਠੀਕ ਹੈ, ਕੀੜੇ ਪਤੰਗੇ ਕਿੰਨੇ ਰਹਿੰਦੇ ਆ, ਇਹਦੇ ਨਾਲ ਸਾਡਾ ਜਿਹੜਾ ਵਾਤਾਵਰਨ ਦਾ ਜਿਹੜਾ ਸਾਈਕਲ ਚੱਲੀ ਜਾਂਦਾ ਹੈਗਾ। ਹਾਂਜੀ। ਇਸ ਤੋਂ ਇਲਾਵਾ ਆਪਣਾ ਜਿਹੜਾ ਪਾਣੀ ਦਾ ਸਾਈਕਲ, ਜਿਵੇਂ ਹੜ੍ਹ ਆ ਜਾਂਦੇ ਆ, ਹੜ੍ਹਾਂ ਤੋਂ ਸਾਨੂੰ ਰੋਕਥਾਮ ਕਰਦੇ ਆ, ਕਿਉਂਕਿ ਹੜ੍ਹਾਂ ਦੇ ਵਹਾਅ ਨੂੰ ਜਿਹੜੇ ਆ ਇਹ ਘੱਟ ਕਰਦੇ ਹੈਗੇ ਆ, ਹੜ੍ਹਾਂ ਦੇ ਵਹਿਣ ਨੂੰ। ਫਿਰ ਇਹ ਤੋਂ ਬਾਅਦ ਹੈਗਾ ਮਿੱਟੀ ਦੇ ਖੁਰਨ ਤੋਂ ਬਚਾਉਂਦੇ ਆ, ਖਾਸ ਕਰਕੇ ਢਲਾਨਾਂ 'ਤੇ ਜਿਵੇਂ ਨੀਮ ਪਹਾੜੀ ਇਲਾਕੇ ਹੈਗੇ ਆ, ਉੱਥੇ ਕਈ ਵਾਰੀ ਕੀ ਹੁੰਦਾ, ਜੋ ਤੇਜ਼ ਬਰਸਾਤ ਹੁੰਦੀ ਹੈ ਅਤੇ ਉਹ ਬਹੁਤ ਸਾਰੀ ਮਿੱਟੀ ਖੋਰ ਕੇ ਲੈ ਜਾਂਦੀ ਹੈ। ਪਰ ਜੇ ਉੱਥੇ ਸਾਡੇ ਦਰਖਤ ਲੱਗੇ ਹੋਣਗੇ ਤਾਂ ਉਹ ਜਿਹੜੀ ਹੈ ਮਿੱਟੀ ਦੇ ਖੁਰਨ ਨੂੰ ਜਿਹੜੀ ਇਹ ਰੋਕ ਕੇ ਰੱਖਦੇ ਹੈ। ਇਹ ਤੋਂ ਇਲਾਵਾ ਜਿਹੜੀ ਹੈਗੀ ਹੈ ਵੀ ਸਭ ਤੋਂ ਜ਼ਿਆਦਾ ਹੈਗੇ ਵੀ ਇਹ ਲੱਗਦੇ ਆ ਜਦੋਂ ਅਸੀਂ ਲਾਉਂਦੇ ਹਾਂ ਅਤੇ ਉਹ ਜਗ੍ਹਾ ਦੀ ਨੁਹਾਰ ਹੀ ਬਦਲ ਜਾਂਦੀ ਹੈਗੀ ਹੈ। ਸੋ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੰਗਲਾਤ ਦੀ ਮਹੱਤਤਾ ਔਰ ਇਹਨਾਂ ਦਰਖਤਾਂ ਦੇ ਫਾਇਦੇ ਜਿਹੜੇ ਉਹ ਸਾਡੇ ਇੱਕ ਜੀਵਨ ਦੇ ਵਿੱਚ ਕੀ ਹਨ, ਔਰ ਇਸ ਤੋਂ ਇਲਾਵਾ ਜੋ ਮੈਂ ਸਮਝਣਾ ਕਿ ਇਹ ਤੇ ਛੋਟੇ ਬੱਚੇ ਦੇ ਜਨਮ ਤੋਂ ਭੰਗੂੜੇ ਤੋਂ ਲੈ ਕੇ ਤੇ ਉੱਪਰ ਤੱਕ ਜਾਣ ਤੱਕ ਸਾਰਾ ਇਹ ਸਾਥ ਜਿਹੜਾ ਲੱਕੜਾਂ ਦਾ ਉਹ ਸਾਡੇ ਨਾਲ ਹੀ ਰਹਿੰਦਾ ਹੈ। ਸੋ ਡਾਕਟਰ ਸਾਹਿਬ, ਗੱਲ ਇਹ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਰੌਪਡ ਏਰੀਆ ਵਾ, ਜਿਵੇਂ ਕਿ ਮੇਜਰ ਸਾਡੀਆਂ ਫਸਲਾਂ ਜਿਹੜੀਆਂ ਕਣਕ ਤੇ ਝੋਨਾ ਔਰ ਹੋਰ ਫਸਲਾਂ ਵੀ ਕਾਫੀ ਨੇ ਜਿਹੜੀਆਂ ਲਗਾਈਆਂ ਜਾਂਦੀਆਂ, ਪਰ ਕਿਹੜੀ ਜ਼ਮੀਨ ਤੇ ਇਹ ਦਰਖਤ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਜਿੱਥੇ ਕਿ ਦਰਖਤ
ਚੰਗੇ ਤਰੀਕੇ ਨਾਲ ਚੰਗੇ ਵਧੀਆ ਵੱਧ ਸਕਣ। ਆਪਾਂ ਜਾਣਦੇ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਸਾਡੀਆਂ ਜਿਹੜੀਆਂ ਮੁੱਖ ਫਸਲਾਂ ਜਿਹੜਾ ਹੈਗਾ ਕਣਕ ਤੇ ਝੋਨੇ ਦਾ ਜਿਹੜਾ ਸਾਈਕਲ ਚੱਲਦਾ ਹੈਗਾ। ਹਾਂਜੀ, ਕਿਉਂਕਿ ਇਹਦਾ ਮੰਡੀਕਰਨ ਵੀ ਚੰਗਾ ਹੈ, ਸਾਡੇ MSP ਵੀ ਮਿਲਦੀ ਹੈਗੀ ਹੈ। ਤੇ ਅਸੀਂ ਹਰ ਜਗ੍ਹਾ ਦੇ ਉੱਤੇ ਜਿਹੜੀ ਹੈ ਜੰਗਲਾਤ ਦੀ ਸਿਫਾਰਿਸ਼ ਨਹੀਂ ਕਰਦੇ, ਅਸੀਂ ਉਹਨਾਂ ਥਾਵਾਂ ਦੇ ਉੱਤੇ ਸਿਫਾਰਿਸ਼ ਕਰਦੇ ਹਾਂ, ਖਾਸ ਕਰਕੇ ਜਿਵੇਂ ਦਰਿਆਵਾਂ ਦਾ ਏਰੀਆ ਇਲਾਕਾ ਹੈਗਾ, ਜਿਵੇਂ ਰੋਪੜ ਹੋ ਗਿਆ, ਨਵਾਂ ਸ਼ਹਿਰ ਹੋ ਗਿਆ, ਲੁਧਿਆਣਾ ਹੋ ਗਿਆ ਤੇ ਫਿਰੋਜ਼ਪੁਰ ਦਾ ਕੁਛ ਏਰੀਆ ਹੋ ਗਿਆ। ਇਹ ਦਰਿਆਵਾਂ ਦੇ ਜਿਹੜਾ ਕੰਢਿਆਂ ਤੇ ਜਾਂ ਉਹਨਾਂ ਦੇ ਨੇੜਲਾ ਏਰੀਆ ਹੈਗਾ, ਉੱਥੇ ਜਿਹੜੇ ਹੈਗੇ ਅਸੀਂ ਪੋਪੂਲਰ ਦੀ ਸਿਫਾਰਿਸ਼ ਕਰਦੇ ਹਾਂ। ਪੋਪੂਲਰ ਦੇ ਦਰਖਤ ਉੱਥੇ ਬਹੁਤ ਵਧੀਆ ਚੱਲਦੇ ਨੇ ਤੇ ਕਿਸਾਨ ਜਿਹੜੇ ਆ ਉੱਥੋਂ ਚੋਖੀ ਜਿਹੜੀ ਹੈ ਆਮਦਨ ਜਿਹੜੀ ਹੈ ਕਮਾ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਹੈਗੇ ਆ, ਅਸੀਂ ਕਈ ਵਾਰ ਹੋਏ ਪੰਜਾਬ ਦੇ ਵਿੱਚ ਹੈ ਕੁਝ ਜੰਗਲਾਂ ਹੇਠ ਏਰੀਆ, ਉਹਨਾਂ ਦੇ ਕੋਲ ਜਿਹੜੀ ਜ਼ਮੀਨ ਹੈ ਜਿਨ੍ਹਾਂ ਦੀ, ਉੱਥੇ ਕੀ ਹੈ ਆਪਣੇ ਜਿਹੜੇ ਜੰਗਲੀ ਜਾਨਵਰਾਂ ਦਾ ਜਿਹੜਾ ਉਜਾੜਾ ਹੋਇਆ ਰਹਿੰਦਾ। ਹਾਂਜੀ, ਉੱਥੋਂ ਕਿਸਾਨ ਵੀਰਾਂ ਦੀ ਫਸਲ ਦਾ ਬਹੁਤ ਨੁਕਸਾਨ ਹੁੰਦਾ। ਉੱਥੇ ਕਿਸਾਨਾਂ ਲਈ ਅਸੀਂ ਕਹਿੰਦੇ ਹਾਂ ਜਿਵੇਂ ਉੱਥੇ, ਕਿਉਂਕਿ ਉਹ ਜੰਗਲ ਹੈਗਾ ਨੇੜੇ, ਉਹਦੇ ਨਾਲ ਜਿਹੜਾ ਹੈਗਾ ਸਫੈਦੇ ਦੀ ਕਾਸ਼ਤ ਜਿਹੜੀ ਕੀਤੀ ਜਾਂਦੀ ਹੈ, ਉਹ ਤੋਂ ਉਹ ਚੰਗਾ ਮੁਨਾਫਾ ਕਮਾ ਸਕਦੀ ਹੈ। ਹਾਂਜੀ, ਇਹ ਤੋਂ ਇਲਾਵਾ ਜਿਹੜੇ ਹੈਗੇ ਆ ਸੇਮ ਵਾਲੀਆਂ ਜ਼ਮੀਨਾਂ ਜਾਂ ਲੂਣੀਆਂ ਜ਼ਮੀਨਾਂ, ਜਿਹੜਾ ਕਿ ਆਪਣਾ ਏਰੀਆ ਹੈਗਾ ਸ੍ਰੀ ਮੁਕਤਸਰ ਸਾਹਿਬ ਦਾ, ਹਾਂਜੀ, ਫਾਜ਼ਿਲਕਾ ਦਾ, ਕੁਛ ਫਿਰੋਜ਼ਪੁਰ ਦਾ ਪਾਰਟ ਤੇ ਕੁਛ ਮਾਨਸਾ ਦੇ ਏਰੀਏ ਦੇ ਵਿੱਚ, ਹਾਂਜੀ, ਇਹਨਾਂ ਦੇ ਵਿੱਚ ਰਿਆੜ ਸਾਹਿਬ ਕੀ ਹੈ ਵੀ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਸਵੀਮ ਤੋਂ ਪ੍ਰਭਾਵਿਤ ਨੇ। ਹਾਂਜੀ, ਪਿੰਡਾਂ ਦੇ ਪਿੰਡ ਪ੍ਰਭਾਵਿਤ ਨੇ। ਹਾਂਜੀ, ਤੇ ਉਹਨਾਂ ਇਲਾਕਿਆਂ ਦੇ ਵਿੱਚ ਅਸੀਂ ਦੇਖਿਆ ਵੀ ਕੁਛ ਨਹੀਂ ਹੁੰਦਾ ਉੱਥੇ। ਹਾਂਜੀ, ਉਹਨਾਂ ਵਾਸਤੇ ਜਿਹੜੀ ਹੈ ਸਫੈਦੇ ਦੀ ਜਿਹੜੀ ਕਾਸ਼ਤ ਹੈਗੀ ਹੈ ਉਹ ਬਹੁਤ ਲਾਹੇਵੰਦ ਹੈ। ਉਹਨਾਂ ਦੇ ਵਿੱਚ ਵੀ ਫਿਰ ਅਸੀਂ ਕੀ ਕਰਦੇ ਹਾਂ, ਕੁਝ ਜਗ੍ਹਾ ਦੇ ਉੱਤੇ ਤਾਂ ਇਹ ਹੈ ਵੀ ਬਿਲਕੁਲ ਪਾਣੀ ਖੜਾ ਜਾਂ ਪਾਣੀ ਦਾ ਲੈਵਲ ਜਿਹੜਾ ਬਹੁਤ ਉੱਤੇ ਹੈ, ਖਾਸ ਕਰਕੇ ਬਰਸਾਤਾਂ ਦੇ ਵਿੱਚ ਤਾਂ ਉਹ ਉੱਪਰ ਹੀ ਆ ਜਾਂਦਾ ਧਰਤੀ ਦੇ। ਹਾਂਜੀ, ਉੱਥੇ ਅਸੀਂ ਕੀ ਤਕਨੀਕ ਵਿਕਸਿਤ ਕੀਤੀ ਹੈ ਵੀ ਉੱਥੇ ਕਿਸਾਨ ਵੀਰ ਜਿਹੜੇ ਆ ਵੱਡੀਆਂ ਵੱਡੀਆਂ ਵੱਟਾਂ ਬਣਾ ਕੇ 1 ਮੀਟਰ ਚੌੜੀਆਂ ਤੇ 1 ਮੀਟਰ ਜਿਹੜੀਆਂ ਉੱਚੀਆਂ ਵੱਟਾਂ ਬਣਾ ਕੇ ਉਹਨਾਂ ਦੇ ਉੱਤੇ ਜਿਹੜੀ ਹੈ ਸਫੈਦੇ ਦੀ ਕਾਸ਼ਤ ਕਰ ਸਕਦੇ ਆ ਤੇ ਚੰਗੀ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਆਮਦਨ ਉਹਨਾਂ ਨੂੰ ਹੋ ਜਾਂਦੀ ਹੈਗੀ ਆ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਕਿਸਾਨ ਵੀਰ ਜਿਹੜੇ ਹੈ ਉਹ ਆਪਣੇ ਜਿਹੜੀ ਖਾਲੀ ਜਗ੍ਹਾ ਪਈਆਂ ਨੇ, ਕੁਛ ਜਗ੍ਹਾ ਸਾਡੀ ਇਹੋ ਜਿਹੀ ਹੁੰਦੀ ਹੈ ਜਿੱਥੇ ਕੋਈ ਸਾਡੇ ਕੋਈ ਉਹ ਜਿਵੇਂ 1 ਏਕੜ ਹੀ ਹੈ ਜਾਂ ਉਹਨਾਂ ਏਕੜ ਹੈ, ਕਿਤੇ ਉਹ ਖਾਲੀ ਪਿਆ, ਉਹਨੂੰ ਕੋਈ ਸੋਰਸ ਆਦੇ ਹੋ ਸਾਧਨ ਜਿੱਥੇ ਆਪਾਂ ਕੋਈ ਕਿਸੇ ਪ੍ਰਕਾਰ ਦੀ ਫਸਲ ਜਿਹੜੀ ਆ ਉਹ ਨਹੀਂ ਲਗਾਉਂਦੇ, ਬਿਲਕੁਲ, ਜਾਂ ਫਸਲ ਉੱਥੇ ਹੁੰਦੀ ਨਹੀਂ। ਹਾਂਜੀ, ਤੇ ਉੱਥੇ ਤੁਸੀਂ ਜਿਹੜੇ ਆ ਉਹ ਦਰਖਤ ਉਹਨਾਂ ਨੂੰ ਦੱਸ ਦਿਓ ਕਿ ਇਹ ਲਗਾਏ ਜਾਣ। ਸੋ ਡਾਕਟਰ ਸਾਹਿਬ, ਇੱਕ ਬੜੀ ਅਹਿਮ ਜਾਣਕਾਰੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਸਾਂਝੀ ਕਰੋ ਕਿ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਵਿਭਾਗ ਜਿਹੜਾ ਜੰਗਲਾਤ ਵਿਭਾਗ ਆ, ਉਹ ਵੀ ਦਰਖਤਾਂ ਤੇ ਔਰ ਇਹਨਾਂ ਬੂਟਿਆਂ ਤੇ ਕੰਮ ਕਰਦਾ ਹੈ। ਕਿਹੜੇ ਸਮੇਂ ਤੇ ਜਿਹੜਾ ਬੂਟਾ ਵਾ ਉਹ ਲਾਉਣਾ ਚਾਹੀਦਾ, ਦਰਖਤ ਲਾਉਣਾ ਚਾਹੀਦਾ ਤਾਂ ਕਿ ਉਹ ਵੱਧ ਫੁੱਲ ਚੰਗਾ ਜਾਵੇ, ਔਰ ਇਹਦੇ ਨਾਲ ਨਾਲ ਇਹਦੇ ਢੰਗ ਤਰੀਕੇ ਕਿਹੜੇ ਨੇ, ਕਿਉਂਕਿ ਬੂਟਾ ਬਹੁਤ ਵੱਧ ਜਾਂਦਾ ਜੀ, ਔਰ ਵੱਖ-ਵੱਖ ਬੂਟਿਆਂ ਦੀ ਮੈਨੂੰ ਲੱਗਦਾ ਵੱਖ-ਵੱਖ ਤੁਹਾਡੀ ਰਿਕਮੈਂਡੇਸ਼ਨ ਹੋਊਗੀ ਵੀ ਇੰਨੀ ਦੂਰੀ ਤੇ ਲਾ ਦਿਓ ਔਰ ਇਸ ਢੰਗ ਨਾਲ ਲਾ ਦਿਓ, ਤਾਂ ਕਿ ਮਕਸਦ ਇਹ ਆ ਕਿ ਖੇਤੀ ਦੇ ਨਾਲ ਸਾਡਾ ਕਿਸਾਨ ਭਰਾ ਜਿਹੜਾ ਉਹ ਆਮਦਨ ਵੀ ਲੈ ਸਕੇ ਦਰਖਤਾਂ ਤੋਂ। ਪਹਿਲੀ ਗੱਲ ਤੁਸੀਂ ਕੀਤੀ ਹੈ ਜੀ ਸਮੇਂ ਦੀ, ਕਿਹੜੇ ਸਮੇਂ ਦੇ ਵਿੱਚ ਸਮਾਂ ਅੱਜ ਕੱਲ੍ਹ ਇਹਦਾ ਬਰਸਾਤਾਂ ਦੇ ਵਿੱਚ ਸਭ ਤੋਂ ਢੁਕਵਾਂ ਸਮਾਂ, ਦਰਖਤ ਕੋਈ ਵੀ ਦਰਖਤ ਲਗਾਇਆ ਜਾ ਸਕਦਾ ਹੈ ਸਿਰਫ ਇਕੱਲੇ ਪੋਪੂਲਰ ਨੂੰ ਛੱਡ ਕੇ। ਹਾਂਜੀ, ਕਿਉਂਕਿ ਪੋਪੂਲਰ ਦਾ ਜਿਹੜਾ ਹੈਗਾ ਟਾਈਮ ਹੈ ਉਹ 15 ਜਨਵਰੀ ਤੋਂ 15 ਫਰਵਰੀ ਹੈ। ਬਾਕੀ ਹਰ ਤਰ੍ਹਾਂ ਦਾ ਜਿਹੜਾ ਦਰਖਤ ਹੈਗਾ ਉਹ ਹੁਣ ਇਹਨਾਂ ਦਿਨਾਂ ਦੇ ਵਿੱਚ ਲਗਾਇਆ ਸਕਦਾ ਹੈ। ਹਾਂਜੀ, ਦੂਜੀ ਗੱਲ ਕੀਤੀ ਹੈ ਤੁਸੀਂ ਢੰਗ ਦੀ, ਕਿਉਂਕਿ ਇਹ ਇੱਕ ਲੰਮੀ ਫਸਲ ਹੈ। ਹਾਂਜੀ, 6 ਤੋਂ 8 ਸਾਲ ਤੱਕ ਲੈ ਕੇ। ਬਿਲਕੁਲ ਜੀ। ਇਹਨੂੰ ਜਦੋਂ ਕਿਸਾਨਾਂ ਨੇ ਲਾਉਣਾ ਹੈ, ਇਹਨੂੰ ਮਾਹਰਾਂ ਦੀ ਜਿਹੜੀ ਸਲਾਹ ਲੈ ਕੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਅਪਣਾ ਕੇ ਹੀ ਇਹਨੂੰ ਲਗਾਉਣਾ ਚਾਹੀਦਾ ਹੈ। ਬਿਲਕੁਲ ਜੀ। ਅਸੀਂ ਦਰਖਤ ਜਿਵੇਂ ਕੋਈ ਵੀ ਲਗਾਉਣੇ ਤਾਂ ਅਸੀਂ ਉਹ 2 ਤਰੀਕੇ ਨਾਲ ਲਗਾ ਸਕਦੇ ਹਾਂ। ਇੱਕ ਤਾਂ ਪੂਰੇ ਖੇਤ ਦੇ ਵਿੱਚ, ਜਿਹਨੂੰ ਅਸੀਂ ਬਲੌਕ ਪਲਾਂਟੇਸ਼ਨ ਕਹਿੰਦੇ ਹਾਂ। ਬਿਲਕੁਲ ਜੀ। ਤੇ ਦੂਸਰਾ ਹੈਗਾ ਅਸੀਂ ਖੇਤ ਦੇ ਆਲੇ ਦੁਆਲੇ, ਜਿਹਨੂੰ ਬਾਉਂਡਰੀ ਪਲਾਂਟੇਸ਼ਨ ਕਹਿੰਦੇ ਆ। ਫਿਰ ਇਹਦੇ ਵਿੱਚ ਵੀ ਕੀ ਹੈ ਵੀ ਕਈ ਕਿਸਾਨ ਵੀਰ ਜਿਵੇਂ ਪ੍ਰਾਈਵੇਟ ਕੰਪਨੀਆਂ ਦੇ ਧੱਕੇ ਚੜ ਜਾਂਦੇ ਆ। ਬਿਲਕੁਲ, ਉਹਨਾਂ ਨੇ ਆਪਣੇ ਬੂਟੇ ਵੇਚਣੇ ਹੁੰਦੇ ਆ। ਹਾਂਜੀ, ਉਹ ਜੇ ਬਲੌਕ ਦੀ ਗੱਲ ਕਰੀਏ ਤਾਂ ਅਸੀਂ ਮੈਂ ਦੇਖਿਆ ਵੀ ਪੋਪੂਲਰ ਦਾ ਬੂਟਾ ਜਿਹੜਾ ਕਿ 1 ਏਕੜ ਦੇ ਵਿੱਚ ਸਿਰਫ 200 ਬੂਟਾ ਹੀ ਲਗਾਉਣਾ ਹੈ। ਹਾਂਜੀ, ਤੇ ਉਹ ਹਜ਼ਾਰ ਬੂਟਾ ਲਵਾ ਦਿੰਦੇ ਆ 1 ਏਕੜ 'ਚ, 1 ਏਕੜ ਦੇ ਵਿੱਚ। ਤੇ ਐਵੇਂ ਜਿੱਕੂ ਜਿਹੜੇ ਸਫੈਦੇ ਦੀ ਗੱਲ ਕਰਾਂ ਉਹਦੇ ਵਿੱਚ, ਜਾਂ ਜਦੋਂ ਕਹਿੰਦਾ ਵੀ ਆਪਾਂ ਖੇਤ ਦੇ ਆਲੇ ਦੁਆਲੇ ਲਾਉਣਾ, ਅਸੀਂ ਵੀ ਤੁਸੀਂ ਵੀ ਜਾਣਦੇ ਆ, ਆਪਾਂ ਦੇਖਿਆ ਰਸਤਿਆਂ ਦੇ ਵਿੱਚ ਬਹੁਤ ਸੰਘਣੇ ਦਰਖਤ ਲੱਗੇ ਹੁੰਦੇ ਆ।
ਤੇ ਉਹ ਫਾਇਦੇ ਦੀ ਬਜਾਏ ਨੁਕਸਾਨ ਕਰਦੇ ਆ। ਹਾਂ ਬਿਲਕੁਲ। ਹਾਂ, ਜੇ ਤਾਂ ਗੱਲ ਕਰਾਂ ਮੈਂ ਖੇਤ ਦੇ ਆਲੇ ਦੁਆਲੇ ਦੀ, ਘੱਟੋ ਘੱਟ ਫਾਸਲਾ ਜਿਹੜਾ ਦਰਖਤਾਂ ਦੇ ਵਿੱਚ ਉਹ 10 ਫੁੱਟ ਦਾ ਹੋਣਾ ਜ਼ਰੂਰੀ ਹੈ। ਜ਼ਰੂਰੀ ਆ ਬਿਲਕੁਲ। ਤੇ ਜੇ ਅਸੀਂ ਇਹ ਤੋਂ ਨੇੜੇ ਲਾਵਾਂਗੇ ਤਾਂ ਉਹ ਇੱਕ ਤਾਂ ਦਰਖਤ ਪਤਲੇ ਰਹਿਣਗੇ, ਬਿਲਕੁਲ ਜੀ। ਇੱਕ ਜਿਹੜੀ ਥੱਲੇ ਉਹਦੇ ਨਾਲ ਫਸਲ ਬੀਜੀ ਹੈ ਉਹਦੇ ਤੇ ਉਹਦੀ ਛਾਂ ਬਹੁਤ ਜ਼ਿਆਦਾ ਹੋਊਗੀ ਤੇ ਉਹਦਾ ਨੁਕਸਾਨ ਹੋਊਗਾ ਫਾਇਦੇ ਦੀ। ਹਾਂ ਬਿਲਕੁਲ। ਐਵੇਂ ਜੇ ਕੋਈ ਬਲਾਕ ਦੇ ਵਿੱਚ ਮੈਂ ਗੱਲ ਕਰਦੇ ਜਿਵੇਂ ਹੁਣ ਪਾਪੂਲਰ ਸਿਰਫ 200 ਬੂਟਾ ਇੱਕ ਖੇਤ ਚਲਾਉਣਾ, ਇੱਕ ਖੇਤ ਚਲਾਉਣਾ, ਉਹਨੂੰ 20 ਸਕੁਆਇਰ ਮੀਟਰ ਇੱਕ ਬੂਟੇ ਨੂੰ ਜਾਣ ਕੇ ਜਗ੍ਹਾ ਚਾਹੀਦੀ ਹੈ। ਜਗ੍ਹਾ ਚਾਹੀਦੀ ਬਿਲਕੁਲ। ਠੀਕ ਹੈ। ਤੇ ਉਹ ਅਸੀਂ ਕੀ ਕਰਦੇ ਆ ਵੀ ਜਦੋਂ ਅਸੀਂ ਲਾਉਣੇ ਆ ਉਦੋਂ ਹੁੰਦੇ ਆ ਬੂਟੇ ਛੋਟੇ, ਤੇ ਜਦੋਂ ਅਸੀਂ ਲਾਉਣੇ ਉਹ ਐਂ ਲੱਗਦਾ ਸਾਨੂੰ ਬਹੁਤ ਦੂਰੀ ਤੇ ਹੈ। ਹਾਂਜੀ। ਵੀ ਨੇੜੇ ਲਾਈਏ, ਪਰ ਉਹ ਦਰਖਤ ਨੇ ਤਾਂ ਵੱਡਾ ਹੋਣਾ ਹੀ ਹੋਣਾ। ਜਦੋਂ ਵੱਡਾ ਹੁੰਦਾ ਹੈਗਾ ਫਿਰ ਉਹਨੂੰ ਜਗ੍ਹਾ ਬਹੁਤ ਜ਼ਿਆਦਾ ਚਾਹੀਦੀ ਹੈ। ਬਿਲਕੁਲ। ਠੀਕ ਹੈ। ਬਿਲਕੁਲ। ਉਸ ਕਰਕੇ ਇਹ ਜਿਹੜੀ ਹੈਗੀ ਆ, ਉਸ ਤੋਂ ਪਹਿਲਾਂ ਜਿਹੜੀ ਆ ਮਾਹਰਾਂ ਦੇ ਨਾਲ ਜਿਹੜੇ ਮਸ਼ਵਰਾ ਕਰਕੇ, ਜਾਂ ਸਾਡੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੇ ਦਰਖਤਾਂ ਦੀ ਕਾਸ਼ਤ ਸੰਬੰਧੀ ਜਿਹੜੀ ਹੈ ਇੱਕ ਪੈਕੇਜ ਪ੍ਰੈਕਟਿਸ ਜਿਹੜੀ ਹੈ ਛਾਪੀ ਹੈ। ਉਹ ਕਿਤਾਬ ਦੀ ਇਹ ਹੈਗੀ ਹੈ ਵੀ ਜਿੰਨੇ ਦਾ ਕਾਗਜ਼ ਨਹੀਂ, ਜਿੰਨੇ ਮੁੱਲ 10 ਰੁਪਏ ਕੀਮਤ ਸਿਰਫ। ਹਾਂ ਬਿਲਕੁਲ। ਤੇ ਹਰ ਦਰਖਤ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਉਹ ਕਿਸਾਨ ਵੀਰ ਜਿਹੜੀ ਹੈ ਉਹਨੂੰ ਪੜ੍ਹ ਕੇ ਜਾਂ ਮਾਹਰਾਂ ਦੀ ਸਲਾਹ ਲੈ ਕੇ ਹੀ ਜਿਹੜਾ ਹੈ ਉਹ ਕਾਸ਼ਤ ਕਰਨ। ਸੋ ਜਦੋਂ ਗੱਲ ਕਰਦੇ ਆ ਆਪਾਂ ਵਣ ਖੇਤੀ ਜੀ, ਸੋ ਸਾਡੇ ਕਿਸਾਨ ਭਰਾ ਸਮਝਦੇ ਨੇ ਕਿ ਜਦੋਂ ਆਪਾਂ ਬੂਟੇ ਜਿਹੜੇ ਆ ਉਹਨਾਂ ਨੂੰ ਆਪਣੀ ਖੇਤੀ ਦੇ ਨਾਲ ਲਾਉਂਦੇ ਆ, ਇਹ ਤੋਂ ਕੀ ਭਾਵ ਹੈ? ਸਾਡੇ ਕਿੰਨੇ ਕੁ ਕਿਸਾਨ ਜਿਹੜੇ ਆ ਇਸ ਤੋਂ ਫਾਇਦਾ ਲੈ ਸਕਦੇ ਨੇ, ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਜਦੋਂ ਉਹਨਾਂ ਨੇ ਵਣ ਖੇਤੀ ਅਪਣਾਉਣੀ ਆ? ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ, ਜਿੱਦਾਂ ਤੁਸੀਂ ਪਹਿਲਾਂ ਇੱਕ ਗੱਲ ਕੀਤੀ ਆ ਕਿ ਬੂਟੇ ਜਿਹੜੇ ਆ ਉਹ ਫਸਲ ਤੇ ਮਾਰ ਵੀ ਪਾਉਂਦੇ ਆ। ਜੀ। ਸੋ ਇੱਥੇ ਇਹ ਵੀ ਥੋੜਾ ਜਿਹਾ ਦੱਸ ਦਿਓ ਕਿ ਜਿਹੜੀ ਸਾਡੀ ਮੁੱਖ ਫਸਲ ਆ, ਜਿਵੇਂ ਕਣਕ ਝੋਨੇ ਨੂੰ ਹੀ ਮੁੱਖ ਫਸਲ ਕਹਿ ਦਿੰਦੇ ਆ, ਥੋੜਾ ਕਮਾਦ ਲਾ ਲਓ ਜਾਂ ਤੁਸੀਂ ਆਪਣੀ ਜਿਹੜੀ ਆ ਉਹ ਕਾਟਨ ਦੀ ਗੱਲ ਕਰ ਲਈਏ, ਕਿ ਉਹਨਾਂ ਦੇ ਵਿੱਚ ਇਹ ਜਰਾ ਕਿਸਾਨਾਂ ਨੂੰ ਦੱਸ ਦਿਓ ਵੀ ਇਸ ਫਸਲ ਦੇ ਵਿੱਚ ਆਪਾਂ ਵਣ ਖੇਤੀ ਲਾ ਸਕਦੇ ਆ, ਕਰ ਸਕਦੇ ਆ, ਤੇ ਕਿਹੜੇ ਬੂਟੇ ਲਾ ਸਕਦੇ ਆ? ਪਹਿਲਾਂ ਤਾਂ ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੂੰਗਾ, ਵਣ ਖੇਤੀ ਤੋਂ ਭਾਵ ਹੈ ਵੀ ਅਸੀਂ ਦਰਖਤਾਂ ਦੇ ਰਵਾਇਤੀ ਫਸਲਾਂ ਦੇ ਨਾਲ ਦਰਖਤਾਂ ਦੀ ਖੇਤੀ ਕਰੀਏ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਜੇ ਅਸੀਂ ਸਿੱਧਾ ਆਖੀਏ ਵੀ ਅਸੀਂ ਜੰਗਲਾਂ ਹੇਠ ਏਰੀਆ ਲਿਆਉਣਾ ਹੈ, ਉਹ ਤਾਂ ਪੋਸੀਬਲ ਨਹੀਂ, ਕਿਉਂਕਿ ਕਿਸਾਨਾਂ ਨੂੰ ਅਸੀਂ ਦੂਜੀ ਖੇਤੀ ਦੇ ਉੱਤੇ ਵੀ ਡਿਪੈਂਡੈਂਟ ਕਰਦੇ ਹਾਂ। ਇਹਦੇ ਲਈ ਅਸੀਂ ਕੀ ਹੈ ਵੀ ਵਣ ਖੇਤੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੁਝ ਮਾਡਲ ਵਿਕਸਿਤ ਕੀਤੇ ਨੇ, ਉਹਨਾਂ ਨੂੰ ਅਪਣਾ ਕੇ ਜਿਹੜੇ ਕਿਸਾਨ ਵੀਰ ਚੋਖੀ ਜਿਹੜੀ ਹੈ ਕਮਾਈ ਕਰ ਸਕਦੇ ਹੈਗੇ ਆ। ਇਹ ਵਣ ਖੇਤੀ ਫਿਰ ਕੀ ਹੈ, ਇਹ ਡਿਪੈਂਡ ਕਾਹਦੇ ਤੇ ਕਰਦੀ ਹੈ? ਸਭ ਤੋਂ ਪਹਿਲਾਂ ਤਾਂ ਹੈਗਾ ਅਸੀਂ ਆਪ ਦੀ ਜਗ੍ਹਾ ਦਰਖਤਾਂ ਦੀ ਚੋਣ ਕਰਨੀ। ਹਾਂਜੀ। ਕਿਉਂਕਿ ਪਹਿਲਾਂ ਗੱਲ ਦੱਸਿਆ ਕਿ 6 ਤੋਂ 8 ਸਾਲ ਲੱਗਦੇ ਆ ਇਹਨੂੰ, ਤੇ ਜੇ ਅਸੀਂ ਬੂਟਾ ਹੀ ਮਾੜਾ ਲੈ ਲਿਆ ਜਾਂ ਉਹਦੀ ਸਹੀ ਚੋਣ ਨਾ ਕੀਤੀ ਤੇ ਸਾਡਾ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਉਹ ਅਸੀਂ ਦਰਖਤ ਕਿਹੜੇ ਫਿਰ ਹੋਣੇ ਚਾਹੀਦੇ ਆ? ਦਰਖਤ ਉਹ ਜਿਹਦਾ ਸਭ ਤੋਂ ਜ਼ਿਆਦਾ ਵਾਧਾ ਜ਼ਿਆਦਾ ਹੋਵੇ, ਫਿਰ ਉਹ ਸਿੱਧਾ ਜਾਣ ਵਾਲਾ ਦਰਖਤ ਹੋਵੇ, ਛਤਰੀ ਛੋਟੀ ਹੋਵੇ। ਆਪਾਂ ਕਿਉਂਕਿ ਛਾਂ ਦੀ ਗੱਲ ਕੀਤੀ ਹੈ, ਥੱਲੀ ਫਸਲ ਦੇ ਉੱਤੇ ਛਾਂ ਦਾ ਅਸਰ ਤਾਂ ਪਊਗਾ। ਹਾਂ ਬਿਲਕੁਲ। ਠੀਕ ਹੈ। ਜੇ ਅਸੀਂ ਵੱਡੀ ਛਤਰੀ ਵਾਲਾ ਦਰਖਤ ਲਾ ਦਾਂਗੇ ਤਾਂ ਥੱਲੇ ਉਹਦੇ ਫਸਲ ਨਹੀਂ, ਫਿਰ ਉਹਦਾ ਕਿ ਮੰਡੀਕਰਨ ਵੀ ਹੋਵੇ। ਹਾਂਜੀ। ਇਹ ਨਾ ਹੋਵੇ ਅਸੀਂ ਵੈਸੇ ਹੀ ਦਰਖਤ ਲਾ ਤੇ ਮੁੜ ਕੇ ਉਹ ਵਿਕੇ ਨਾ, ਕਿਸਾਨ ਨੂੰ ਜਿਹੜੀ ਹੈ ਉਹਦੀ ਆਮਦਨ ਨਾ ਹੋਵੇ, ਉਹਦਾ ਮੰਡੀਕਰਨ ਚੰਗਾ ਹੋਵੇ। ਇਹਦੇ ਲਈ ਅਸੀਂ ਪੰਜਾਬ ਦੇ ਵਿੱਚ ਮੁੱਖ ਤੌਰ ਤੇ 3 ਦਰਖਤ ਜਿਹੜੇ ਹੈਗੇ ਆ ਬਹੁਤ ਹੀ ਜਿਹੜੇ ਕਿਸਾਨ ਵੀਰਾਂ ਨੂੰ ਆਮਦਨ ਦਿੰਦੇ ਨੇ। ਹਾਂਜੀ। ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਹੈ ਪੋਪੂਲਰ, ਦੂਜੇ ਨੰਬਰ ਤੇ ਹੈ ਬਰਮਾ ਡੇਕ, ਤੀਜੇ ਨੰਬਰ ਤੇ ਹੈ ਸਪੈਦਾ। ਹਾਂਜੀ। ਹੁਣ ਜਿਹੜੇ ਪੋਪੂਲਰ ਤੇ ਬਰਮਾ ਡੇਕ ਹੈ ਇਹ ਸਰਦੀਆਂ ਦੇ ਵਿੱਚ ਪੱਤੇ ਝਾੜ ਦਿੰਦੇ ਆ। ਹਾਂਜੀ। ਇਸ ਕਰਕੇ ਇਹਦੀ ਜਿਹੜੀ ਹੈ ਹਾੜੀ ਦੀ ਫਸਲ ਇਹ ਹਰ ਤਰ੍ਹਾਂ ਦੀ ਬੀਜੀ ਜਾ ਸਕਦੀ ਹੈ, ਇਹਦੇ ਵਿੱਚ ਕੋਈ ਬੜਾ ਮਾੜਾ ਅਸਰ ਨਹੀਂ ਪੈਂਦਾ। 3 ਸਾਲ ਤੱਕ ਅਸੀਂ ਹਰ ਫਸਲ ਖਾ ਸਕਦੇ ਹੈਗੇ। ਬਿਲਕੁਲ। ਜਿਹੜਾ ਸਪੈਦਾ ਹੈਗਾ ਸਦਾਬਹਾਰ ਦਰਖਤ। ਹਾਂਜੀ। ਇਹਨੂੰ ਅਸੀਂ ਸਿਰਫ ਖੇਤ ਦੇ ਬੰਨਿਆਂ ਦੇ ਉੱਤੇ, ਜਾਂ ਮੈਂ ਗੱਲ ਕਰਕੇ ਹਟਿਆ ਸੇਮ ਵਾਲੇ ਇਲਾਕੇ 'ਚ, ਜਾਂ ਜਿਹੜੀ ਖਾਲੀ ਜਗ੍ਹਾ ਪਈ ਹੈ ਉੱਥੇ ਹੀ ਸਿਫਾਰਿਸ਼ ਕਰਦੇ ਹੈਗੇ ਆ। ਹਾਂਜੀ। ਦੂਸਰੇ ਨੰਬਰ ਹੈਗੇ ਆਪਾਂ ਦਰਖਤ ਅਸੀਂ ਸਿਲੈਕਟ ਕਰ ਲਿਆ। ਠੀਕ ਹੈ। ਫਿਰ ਇਹ ਤੋਂ ਬਾਅਦ ਅਸੀਂ 3 ਮੈਂ ਦਰਖਤ ਦੱਸਦੇ ਵੀ ਲਾਉਣੇ ਕਿੱਥੇ ਹਰ ਦਰਖਤ ਹਰ ਥਾਂ ਤੇ ਨਹੀਂ ਚੱਲਦਾ, ਨਹੀਂ ਲੱਗ ਸਕਦਾ। ਜੇ ਤੁਸੀਂ ਆਖੋ ਸੇਮ ਵਾਲੀਆਂ ਜਵਾਨਾਂ ਤੇ ਅਸੀਂ ਪੋਪੂਲਰ ਲਾ ਦਈਏ, ਨਹੀਂ ਲੱਗੂਗਾ। ਠੀਕ ਹੈ। ਉੱਥੇ ਫਿਰ ਅਸੀਂ ਕਰਦੇ ਹਾਂ, ਫਿਰ ਅਸੀਂ ਆਪਣਾ ਮਿੱਟੀ ਪਾਣੀ ਦੇਖਣਾ। ਹਾਂਜੀ। ਸਭ ਤੋਂ ਪਹਿਲਾਂ ਤਾਂ ਅਸੀਂ ਆਪਦਾ ਚੈੱਕ ਕਰਾਉਣਾ। ਹਾਂਜੀ। ਠੀਕ ਹੈ। ਫਿਰ ਉਹਦੇ ਮੁਤਾਬਕ ਜੇ ਸਾਡੇ ਕੋਲ ਅਸੀਂ ਜ਼ਮੀਨ ਦੇਖਣੀ ਹੈ, ਜ਼ਮੀਨ ਤੋਂ ਬਾਅਦ ਇਹ ਦੇਖਣਾ ਵੀ ਸਾਡੇ ਕੋਲ ਪਾਣੀ ਦਾ ਸਾਧਨ ਕੀ ਹੈ। ਹਾਂਜੀ। ਵੀ ਸਾਡੇ ਕੋਲ ਨਹਿਰੀ ਪਾਣੀ ਹੈ, ਜੇ ਨਹਿਰੀ ਪਾਣੀ ਹੈ ਤਾਂ ਕਿੰਨਾ ਬਿਲਕੁਲ। ਜੇ ਸਾਡੇ ਕੋਲ ਪਾਣੀ 2 ਏਕੜ ਦਾ ਹੈ ਤੇ ਅਸੀਂ ਲਾ ਲਈਏ 5 ਏਕੜ, ਹਾਂਜੀ, ਉਹ ਵੀ ਪੋਸੀਬਲ ਨਹੀਂ ਹੈਗਾ। ਫਿਰ ਉਹ ਤੋਂ ਬਾਅਦ ਦੇਖਣਾ ਸਾਡੇ ਕੋਲ ਟਿਊਬਲ ਪਾਣੀ ਦੀ ਕੁਆਲਿਟੀ ਕਿਹੜੀ ਹੈ। ਹਾਂਜੀ। ਉਹ 1 ਨੰਬਰ ਹੈ, 2 ਨੰਬਰ ਹੈ, 3 ਨੰਬਰ ਹੈ। ਹਾਂਜੀ। ਫਿਰ ਉਹਦੇ ਮੁਤਾਬਕ ਅਸੀਂ ਜਿਹੜੇ ਹੈ
ਉਹ ਕਿਸਾਨਾਂ ਨੂੰ ਅਸੀਂ ਦੱਸਦੇ ਹਾਂ ਕੀ ਲਾਉਣਾ ਤੁਸੀਂ। ਹਾਂਜੀ ਹੁਣ ਮੈਂ ਥੋੜਾ ਵਿਸਤਾਰ ਚ ਦੱਸਦੇ ਹਾਂ ਵੀ ਜੇ ਸਾਡੇ ਕੋਲੇ ਨਹਿਰੀ ਪਾਣੀ ਹੈ ਹਾਂਜੀ ਤਾਂ ਜੇ 1 ਨੰਬਰ ਟਿਊਬਵੈੱਲ ਦਾ ਪਾਣੀ ਹੈ ਉੱਥੇ ਜਿਹੜੇ ਕਿਸਾਨ ਵੀਰ ਪਾਪੂਲਰ ਦੀ ਖੇਤੀ ਬੜੇ ਆਰਾਮ ਨਾਲ ਕਰ ਸਕਦੇ। ਬਿਲਕੁਲ ਜੀ ਬਿਲਕੁਲ। ਜੇ 2 ਨੰਬਰ ਪਾਣੀ ਹੈ ਪਰ ਨਹਿਰੀ ਪਾਣੀ ਵੀ ਹੈਗਾ ਉੱਥੇ ਅਦਲ ਬਦਲ ਕੇ ਉਹਨੂੰ ਲਗਾਇਆ ਸਕਦਾ, ਪਾਪੂਲਰ ਉੱਥੇ ਹੋ ਜਾਂਦਾ ਹੈ। ਹਾਂਜੀ ਪਰ ਜੇ ਪਾਣੀ ਟਿਊਬਵੈੱਲ ਦਾ 3 ਨੰਬਰ ਹੈ ਜਾਂ ਉਹ ਤੋਂ ਮਾੜਾ ਹੈ ਫਿਰ ਉੱਥੇ ਅਸੀਂ ਪਾਪੂਲਰ ਦੀ ਸਿਫਾਰਿਸ਼ ਨਹੀਂ ਕਰਦੇ। ਬਿਲਕੁਲ। ਉੱਥੇ ਫਿਰ ਅਸੀਂ ਸਾਡੇ ਕੋਲੇ ਹੋਰ ਬਦਲ ਹੈਗੇ ਆ ਬਰਮਾ ਡੇਕ ਤੇ ਸਪੈਦਾ। ਬਿਲਕੁਲ। ਉਹ ਕਿਸਾਨ ਵੀਰ ਆਪਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਠੀਕ ਲੱਗਦਾ ਹੈਗਾ ਉਹ ਲਾ ਸਕਦੇ, ਉਹ ਉੱਥੇ ਲਾ ਸਕਦੇ। ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਹੈਗੇ ਆ ਮੁਕਤਸਰ ਏਰੀਆ ਜਿੱਥੇ ਸੇਮ ਆ ਜੀ, ਹੁਣ ਵੇਖੋ ਸੇਮ ਦੀ ਪ੍ਰੋਬਲਮ ਉਹਨਾਂ ਦੀ ਬੜੀ ਵੱਡੀ ਆ ਜੀ, ਉੱਥੇ ਵੀ ਵਾਸਤੇ ਵੀ ਕੋਈ ਦਰਖਤ ਇਹੋ ਜਿਹਾ ਚੁਣਿਆ ਤੁਸੀਂ ਵੀ ਜਿਹੜਾ ਪਾਣੀ ਖਿੱਚਦਾ ਹੋਵੇ ਤੇ ਉਹਨਾਂ ਦਾ ਤੇ ਉਹਦੀ ਗਰੋਥ ਵੀ ਪੂਰੀ ਹੋਵੇ। ਇਸ ਏਰੀਆ ਦੇ ਵਿੱਚ ਖਾਸ ਕਰਕੇ ਇਸ ਵਾਰ ਬਰਸਾਤਾਂ ਬਹੁਤ ਪਈਆਂ ਹਾਂਜੀ ਤੇ ਉੱਥੇ ਜਿਹੜਾ ਹੈਗਾ ਪਾਣੀ ਦਾ ਪੱਧਰ ਹੋਰ ਬਹੁਤ ਉੱਚਾ ਹੋਇਆ। ਹਾਂਜੀ ਤੇ ਖੜੇ ਜਿਹੜੇ ਨਰਮੇ ਜਿਹੜੇ ਸੀਗੇ 4 5 ਫੁੱਟ ਦੇ ਸਾਰੇ ਉਹ ਡੁੱਬ ਚੁੱਕੇ ਨੇ। ਹਾਂਜੀ ਉਹਨਾਂ ਇਲਾਕਿਆਂ ਵਾਸਤੇ ਅਸੀਂ ਜਿਹੜੀ ਹੈ ਪਿੱਛੇ ਜਿਹੀ ਜਿਹੜੀ ਸਿਫਾਰਿਸ਼ ਸਾਡੀ ਹੋਈ ਹੈਗੀ ਹੈ ਸਫੈਦੇ ਦੀ, ਅਸੀਂ ਜਿਹੜੀ ਵੱਟਾਂ ਤੇ ਮੈਂ ਗੱਲ ਕਰਕੇ ਹਟਿਆ। ਬਿਲਕੁਲ ਜੀ। ਉਹ ਵੱਟਾਂ ਬਣਾ ਕੇ ਜਿਹੜੇ ਹੈਗੇ ਸਫੈਦਾ ਹੀ ਸਭ ਤੋਂ ਕਾਮਯਾਬ ਉੱਥੇ ਦਰਖਤ ਹੈਗਾ। ਹਾਂਜੀ ਤੇ ਸਫੈਦੇ ਦਾ ਜਿਹੜਾ ਇੱਕ ਵਜਨ ਵੀ ਜ਼ਿਆਦਾ ਹੋ ਜਾਂਦਾ ਹੈ, ਪਾਣੀ ਵੀ ਉਹ ਪਾਣੀ ਠੀਕ ਕਾਫੀ ਲੈਂਦਾ ਹੈਗਾ, ਫੇਰ ਹੈਗਾ ਉਹਦੀ ਮੰਡੀਕਰਨ ਵੀ ਚੰਗਾ ਹੈ। ਹਾਂਜੀ ਤੇ ਕਿਸਾਨ ਵੀਰ ਉਹ ਤੋਂ ਜਿਹੜੀ ਹੈਗੇ ਚੰਗੇ ਮੁਨਾਫਾ ਜਿਹੜਾ ਕਮਾ ਸਕਦੇ ਹੈਗੇ। ਹਾਂਜੀ। ਥੋੜੀ ਮਿਹਨਤ ਦੇ ਨਾਲ ਸਿਰਫ ਲਾਉਣ ਵੇਲੇ ਮਿਹਨਤ ਕਰਨੀ ਹੈ, ਬਾਕੀ ਕਿਉਂਕਿ ਸੇਮ ਦੇ ਇਲਾਕਿਆਂ ਦੇ ਵਿੱਚ ਬਾਹਲਾ ਪਾਣੀ ਇਹਨੂੰ ਲੋੜ ਦੀ ਲੋੜ ਨਹੀਂ ਹੈਗੀ, ਲੋੜ ਨਹੀਂ। ਤੇ ਉਹ ਆਪਣੇ ਆਪ ਹੀ ਜਿਹੜਾ ਉਹਨੇ ਚੱਲੀ ਜਾਣਾ ਹੈ। ਹੁਣ ਗੱਲ ਤਾਂ ਇਹ ਆ ਨਾ ਕਿ ਸਾਨੂੰ ਜਿਹੜੇ ਬੂਟੇ ਨੇ ਉਹ ਕਿਹੜੀ ਨਰਸਰੀ ਤੋਂ ਲੈਣੇ ਚਾਹੀਦੇ ਆ, ਕਿਉਂਕਿ ਆਮ ਦੇਖਿਆ ਗਿਆ ਵਾ ਕਿ ਪਿੱਛੇ ਜੇ ਰੌਲਾ ਪੈ ਗਿਆ ਜੀ ਇੱਕ ਜਟਰੋਫਾ ਪਲਾਂਟ ਆ, ਇਹ ਚੋਂ ਜੀ ਡੀਜ਼ਲ ਨਿਕਲਦਾ, ਕਦੇ ਕੋਈ ਪਲਾਂਟ ਆ ਜਾਂਦਾ, ਕਦੇ ਕੋਈ ਪਲਾਂਟ ਆ ਜਾਂਦਾ, ਜਿਨ੍ਹਾਂ ਦਾ ਮੈਨੂੰ ਲੱਗਦਾ ਹੈ ਕਿ ਉਹ ਤੁਹਾਡੀ ਗੱਲ ਠੀਕ ਆ ਕਿ ਕਮਰਸ਼ੀਅਲ ਕੰਪਨੀਆਂ ਜਿਹੜੀਆਂ ਨੇ ਉਹ ਵੇਚ ਕੇ ਚੱਲ ਜਾਂਦੀਆਂ ਤੇ ਪਤਾ ਬਾਅਦ ਚ ਲੱਗਦਾ ਵੀ ਇਹਨੇ ਕਿੰਨੇ ਸਾਲ ਲੈਣੇ, ਕੀ ਕਰਨਾ ਵਾ। ਇਹਦੇ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਜਾਗਰੂਕ ਕਰ ਦਿਓ ਕਿ ਜਦੋਂ ਆਪਾਂ ਜੇ ਪੋਪੂਲਰ ਲਾਉਣਾ ਵਾ ਤਾਂ ਉਹ ਕਿੱਥੋਂ ਲਿਆ ਜਾਵੇ, ਭਰੋਸੇਯੋਗ ਜਿਹੜੀ ਨਰਸਰੀ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਤਾਂ ਕਿ ਆਪਣੇ ਕਿਸਾਨ ਜਿਹੜੇ ਉਹ ਆਪਣੀ ਆਮਦਨ 'ਚ ਵਾਧਾ ਕਰਨ, ਨਾ ਕਿ ਘਾਟਾ ਪੈ ਜਾਵੇ। ਇਹਦੇ ਲਈ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪਰਕ ਕਰਨਾ ਚਾਹੀਦਾ। ਸਾਡੇ ਕੋਲੇ ਜਿਹੜੀ ਹੈਗੀ ਹੈ ਨਰਸਰੀ ਸਾਡੀ ਜਿਵੇਂ PAU ਲੁਧਿਆਣਾ ਦੇ ਵਿੱਚ ਜਾਂ ਬਠਿੰਡਾ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਵਧੀਆ ਨਰਸਰੀ ਹੈ, ਉੱਥੋਂ ਜਿਹੜੇ ਬੂਟੇ ਲੈ ਸਕਦੇ ਨੇ ਜਾਂ ਪਹਿਲਾਂ ਬੁੱਕ ਕਰਾ ਸਕਦੇ ਨੇ। ਹਾਂਜੀ। ਇਸ ਤੋਂ ਇਲਾਵਾ ਜੇ ਸਾਡੇ ਕੋਲੇ ਨਹੀਂ ਬੂਟੇ ਹੁੰਦੇ, ਕਈ ਵਾਰੀ ਉਨੇ ਤਾਦਾਦ 'ਚ ਨਹੀਂ ਹੁੰਦੇ ਜਿੰਨੀ ਡਿਮਾਂਡ ਹੁੰਦੀ ਹੈ, ਤਾਂ ਫਿਰ ਜਿਹੜੀ ਹੈ ਪੰਜਾਬ ਸਰਕਾਰ ਦੀਆਂ ਜਿਹੜੀਆਂ ਨਰਸਰੀਆਂ ਹੈਗੀਆਂ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਕਿਸਾਨ ਭਰਾ। ਹਾਂਜੀ। ਇਹ ਤੋਂ ਇਲਾਵਾ ਜੇ ਫਿਰ ਵੀ ਉਹਨਾਂ ਨੇ ਫਿਰ ਉਹ ਰਜਿਸਟਰਡ ਨਰਸਰੀਆਂ ਤੋਂ ਹੀ ਬੂਟੇ ਲੈਣ ਜਿਹੜੀਆਂ ਉਹਨਾਂ ਨੂੰ ਬਿੱਲ ਕੱਟ ਕੇ ਦੇਣ। ਹਾਂਜੀ। ਇਹ ਨਹੀਂ ਵੀ ਤੁਰੇ ਜਾਂਦੇ ਤੋਂ ਖਾਸ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਪਾਪੂਲਰ ਦੇ ਵਿੱਚ। ਹਾਂਜੀ। ਪਾਪੂਲਰ ਦੇ ਵਿੱਚ ਕੀ ਕਰਦੇ ਆ ਕਿ ਸਹਾਰਨਪੁਰ ਦੇ ਵਿੱਚ ਬਹੁਤ ਸਾਰੇ ਵੱਡੀਆਂ ਨਰਸਰੀਆਂ ਹੈਗੀਆਂ। ਬਿਲਕੁਲ ਜੀ। ਉਹਨਾਂ ਦੇ ਵਿੱਚੋਂ ਟਰਾਲੀਆਂ ਭਰਦੇ ਨੇ ਵਪਾਰੀ ਜਿਹੜੇ ਆ ਉਹ ਪੰਜਾਬ ਨੂੰ ਤੁਰ ਪੈਂਦੇ ਆ। ਬਿਲਕੁਲ। ਉਹਨਾਂ ਨੂੰ ਕਿਉਂਕਿ ਜਦੋਂ ਪਾਪੂਲਰ ਲਾਉਣਾ, ਪਾਪੂਲਰ ਦੇ ਵਿੱਚ ਇਹ ਆ ਉਹਦੇ ਪੱਤੇ ਚੜੇ ਹੁੰਦੇ, ਸਿਰਫ ਡੰਡੇ ਹੁੰਦੇ ਆ, ਸਾਨੂੰ ਪਤਾ ਨਹੀਂ ਲੱਗਦਾ ਇਹ ਬੂਟਾ ਹਰਾ ਕਿ ਸੁੱਕਾ ਹੈ। ਬਿਲਕੁਲ ਜੀ। ਤੇ ਉਹ ਜਦੋਂ ਕਿ ਉਹਦਾ ਇਹ ਹੈਗਾ ਜਦੋਂ ਅਸੀਂ ਖੇਤ 'ਚ ਪੁੱਟਣਾ ਉਹਨੂੰ 24 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਤੋਂ ਪਹਿਲਾਂ ਸਾਡੇ ਖੇਤ 'ਚ ਲੱਗਣਾ ਚਾਹੀਦਾ। ਬਿਲਕੁਲ ਜੀ। ਪਰ ਉਹਨਾਂ ਨੂੰ ਲੱਗ ਜੇ 20 ਦਿਨ, ਉਹਨਾਂ ਨੂੰ ਲੱਗ ਜੇ ਮਹੀਨਾ, ਉਹ ਪਿੰਡਾਂ 'ਚ ਤੁਰੇ ਫਿਰਦੇ ਆ ਤੇ ਕਿਸਾਨ ਉੱਥੋਂ ਲੈ ਕੇ ਬੂਟੇ ਜਿਹੜੇ ਲਾ ਲੈਂਦੇ ਆ। ਬਿਲਕੁਲ ਜੀ। ਤੇ ਪਰ ਉਹ ਬੂਟੇ ਜਿਹੜੇ ਮੁੜ ਕੇ ਉਹ ਚੱਲਦੇ ਨਹੀਂ ਖੇਤ ਦੇ ਵਿੱਚ, ਉਹ ਫਾਇਦੇ ਦੀ ਆ, ਫਿਰ ਉਹ ਨੁਕਸਾਨ ਜਿਹੜਾ ਹੁੰਦਾ। ਬਿਲਕੁਲ ਡਾਕਟਰ ਸਾਹਿਬ, ਬੜੀ ਤੁਸੀਂ ਵਧੀਆ ਗੱਲ ਜਿਹੜੀ ਆ ਉਹ ਕੀਤੀ ਆ। ਮੈਨੂੰ ਉਮੀਦ ਆ ਕਿ ਸਾਡੇ ਕਿਸਾਨ ਭਰਾ ਇਹ ਗੱਲ ਸੁਣ ਰਹੇ ਆ ਕਿ ਜੇ ਕਿਸੇ ਨਰਸਰੀ ਤੋਂ ਲੈਣਾ ਤੇ ਉਹਦੇ ਕੋਲ ਬਿੱਲ ਜ਼ਰੂਰ ਲਿਆ ਜਾਵੇ, ਤੇ ਜਿਹੜੇ ਆ ਫੇਰੀਆਂ ਵਾਲੇ ਤੁਰਦੇ ਫਿਰਦੇ ਆ ਇਹਨਾਂ ਕੋਲੋਂ ਬੂਟੇ ਨਾ ਲਏ ਜਾਣ, ਕਿਉਂਕਿ ਲੰਬਾ ਸਮਾਂ ਵਾ, ਉਹਦੇ ਵਿੱਚ ਪੈਸੇ ਮੁੜਨੇ ਆ ਵਾਪਸ, ਤੇ ਇਹ ਨਾ ਹੋਵੇ ਕਿ ਉਹ ਸੁੱਕਾ ਨਿਕਲ ਆਵੇ। ਜੀ ਜੀ। ਸੋ ਡਾਕਟਰ ਸਾਹਿਬ, ਜਦੋਂ ਆਪਾਂ ਦਰਖਤ ਲਗਾਉਂਦੇ ਸਮੇਂ ਜਦੋਂ ਆਪਾਂ ਦੇਖੋ, ਮੈਂ ਗੱਲ ਕੀਤੀ ਸੀ ਵੀ ਮੁੱਖ ਫਸਲਾਂ ਸਾਡੀਆਂ ਜਿਹੜੀਆਂ ਉਹ ਕਣਕ ਝੋਨਾ ਹੈਗਾ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਵੇ ਕੋਈ ਪੋਪੂਲਰ ਹੋਵੇ ਜਾਂ ਸਫੈਦਾ ਹੋਵੇ ਜਾਂ ਬਰਮਾ ਡੇਕ ਹੋਵੇ, ਕੋਈ ਇਹਦੇ ਡਾਇਰੈਕਸ਼ਨ ਵੀ ਰੱਖਣੀ ਚਾਹੀਦੀ, ਦਿਸ਼ਾ ਵੀ ਰੱਖਣੀ ਚਾਹੀਦੀ ਆ ਉਹਦੇ ਵਿੱਚ ਕਿ ਫਸਲ ਨੂੰ ਥੱਲੇ ਧੁੱਪ ਜਿਹੜੀ ਆ ਉਹ ਪੂਰੀ ਬਰਕਰਾਰ ਲੱਗਦੀ ਰਹੇ। ਜੀ ਬਿਲਕੁਲ। ਇਹ ਜਦੋਂ ਵੀ ਅਸੀਂ ਬੂਟੇ ਲਾਉਣੇ ਹੈਗੇ ਆ, ਖਾਸ ਕਰਕੇ ਬਲੌਕ ਪਲਾਂਟੇਸ਼ਨ ਕਰਨੀ ਹੈ, ਉਹਦੀਆਂ ਲਾਈਨਾਂ ਬਣਾਉਣੀਆਂ, ਲਾਈਨਾਂ 'ਚ ਇਹ ਬਣਾਉਣੀਆਂ ਹੈਗੀਆਂ ਵੀ ਜਿਹੜੀ ਹੈਗੀ ਹੈ ਉਹਦੀ ਦਿਸ਼ਾ ਜਿਹੜੀ ਹੈ ਦਰਖਤਾਂ ਦੀ ਲਾਈਨਾਂ ਦੀ ਉਹ ਉੱਤਰ ਤੋਂ ਦੱਖਣ ਹੋਵੇ। ਹਾਂਜੀ। ਜਦੋਂ ਉੱਤਰ ਤੋਂ ਦੱਖਣ 'ਚ ਅਸੀਂ ਬੂਟੇ ਲਾਉਣੇ ਆ ਤੇ ਜਦੋਂ ਸੂਰਜ ਘੁੰਮਦਾ ਹੈ
ਤੇ ਉਹ ਜਿਹੜੀ ਥੱਲੀ ਫਸਲ ਹੈ ਉਹਨੂੰ ਧੁੱਪ ਜ਼ਿਆਦਾ ਮਿਲਦੀ ਹੈ। ਬਿਲਕੁਲ। ਪਰ ਜੇ ਅਸੀਂ ਇਹਦੇ ਉਲਟ ਲਾਉਣੇ ਆ ਪੂਰਬ ਤੋਂ ਪੱਛਮ, ਤੇ ਫਿਰ ਜਿਹੜੀ ਥੱਲੀ ਫਸਲ ਦੇ ਉੱਤੇ ਜਿਹੜੀ ਆ ਉਹ ਧੁੱਪ ਪੈਂਦੀ ਨਹੀਂ, ਛਾਂ 'ਚ ਹੀ ਰਹਿੰਦੀ ਹੈ, ਤੇ ਫਸਲ ਦਾ ਜਿਹੜਾ ਝਾੜ ਬਹੁਤ ਘਟਦਾ ਹੈਗਾ। ਇਸ ਕਰਕੇ ਜਦੋਂ ਵੀ, ਕਿਉਂਕਿ ਆਪਾਂ ਪਹਿਲਾਂ ਗੱਲ ਚੁੱਕੇ ਆ, ਇਹ ਲੰਮਾ ਲੈਣ ਵਾਲੀ ਸਮਾਂ ਲੈਣ ਵਾਲੀ ਫਸਲ ਆ। ਬਿਲਕੁਲ। ਤੇ ਇਹਨੂੰ ਜੇ ਅਸੀਂ ਉਹ ਦਿਸ਼ਾ ਦਾ ਧਿਆਨ ਨਾ ਰੱਖਿਆ ਤੇ ਫਲ ਨੂੰ ਸਾਨੂੰ ਸਾਰੇ 6 ਤੋਂ 8 ਸਾਲ ਜਿਹੜਾ ਨੁਕਸਾਨ ਹੀ ਉਠਾਉਣਾ ਪਊ ਪੈਦਾ। ਬਿਲਕੁਲ ਬਿਲਕੁਲ ਜੀ। ਮੈਂ ਕਿਸਾਨ ਭਰਾਵਾਂ ਨੂੰ ਇਹ ਆਖੂੰਗਾ, ਜਦੋਂ ਵੀ ਉਹਨਾਂ ਨੇ ਲਾਈਨ 'ਚ ਲਾਉਣੇ ਆ ਦਰਖਤ, ਤਾਂ ਉਹ ਉੱਤਰ ਤੋਂ ਦੱਖਣ ਦਿਸ਼ਾ ਵੱਲ ਹੀ ਜਿਹੜੇ ਆ ਉਹ ਦਰਖਤਾਂ ਦੀ ਜਿਹੜੀ ਹੈ ਉਹ ਕਾਸ਼ਤ ਕਰਨ। ਹੁਣ ਇੱਕ ਤਾਂ ਲੱਕੜ ਦੀਆਂ ਮੰਡੀਆਂ ਜਿਹੜੀਆਂ ਉਹ ਬਹੁਤ ਘੱਟ ਆ ਜੀ, ਤੇ ਜਿਹੜੇ ਕਿਸਾਨ ਭਰਾ ਨੇ ਇਹਦਾ ਮੰਡੀ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਇਹਨਾਂ ਨੂੰ ਚੰਗਾ ਤੇ ਚੋਖਾ ਮੁਨਾਫਾ ਜਿਹੜਾ ਉਹਦੇ ਵਿੱਚੋਂ ਦਿਖੇ, ਵੀ ਜਿਹੜੀ ਮਿਹਨਤ ਕੀਤੀ ਉਹਦਾ ਮੁੱਲ ਜ਼ਰੂਰ ਇਹਨਾਂ ਨੂੰ ਮੁੜੇ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕਰਕੇ ਹਟਿਆ ਸੀ, ਕਿਤਾਬ ਛਾਪੀ ਹੋਈ ਹੈ ਜਿਹੜੀ ਦਰਖਤਾਂ ਦੀ ਸਿਫਾਰਸ਼। ਬਿਲਕੁਲ ਜੀ। ਉਹ ਤੋਂ ਫਾਇਦਾ ਉਠਾਉਣ, ਉਹਦੇ ਉੱਤੇ ਟੇਬਲ ਬਣਾਏ ਹੋਏ ਆ ਅਸੀਂ। ਹਾਂਜੀ। ਮੰਨ ਲਓ ਅਸੀਂ ਕੀ ਕਰਨਾ ਹੈਗਾ, ਜਿੰਨੇ ਸਾਡੇ ਕੋਲੇ ਦਰਖਤ ਹੈਗੇ ਆ, ਅਸੀਂ ਇੱਕ ਪੈਨ ਲੈਣਾ, ਇੱਕ ਕਾਗਜ਼ ਲੈਣਾ, ਉਹਦਾ ਆਪਣੇ ਛਾਤੀ ਲੈਵਲ ਤੋਂ ਕਿਸਾਨਾਂ ਨੇ ਘੇਰਾ ਮਿਲਣਾ। ਠੀਕ ਹੈ। ਫਿਰ ਉਹਦੀ ਪਹਿਲਾਂ 1 ਨੰਬਰ ਦਰਖਤ ਲੈ ਲਓ, ਉਹਦਾ ਘੇਰਾ, ਫਿਰ ਉਹਦੀ ਕਿਸਮ ਪਾਪੂਲਰ ਹੈ, ਪਾਪੂਲਰ ਦੇ ਅੱਡ ਲਿਖ ਲਓ, ਸਫੈਦੇ ਦੇ ਅੱਡ ਲਿਖ ਲਓ, ਡੇਕ ਦੇ ਅੱਡ ਲਿਖ ਲਓ। ਠੀਕ ਹੈ। ਉਹ ਤੋਂ ਬਾਅਦ ਉਹ ਕਿਤਾਬ ਚੱਕੋ, ਉਹਦੇ ਤੇ ਜਾਓ, ਜੇ ਘੇਰਾ 100 ਸੈਂਟੀਮੀਟਰ ਹੈ ਤਾਂ ਦਰਖਤ ਦਾ ਜੇ ਪਾਪੂਲਰ ਦਾ ਭਾਰ ਆ ਉਹਦਾ 7.5 ਕੁਇੰਟਲ ਹੈ। ਕੁਇੰਟਲ ਹੋਊਗਾ। ਠੀਕ ਹੈ। ਜੇ ਸਫੈਦਾ ਹੈ ਤਾਂ ਉਹਦਾ ਭਾਰ 8 ਕੁਇੰਟਲ ਹੋਊਗਾ। ਉਹ ਅਸੀਂ ਜੋੜ ਸਕਦੇ ਹਾਂ। ਹਾਂਜੀ। ਜੋੜ ਲਿਆ, ਸਾਡੇ ਕੋਲੇ ਮੰਨ ਲਓ ਸਾਰੇ ਖੇਤ ਦਾ ਆ ਗਿਆ 150 ਕੁਇੰਟਲ ਜਾਂ 100 ਕੁਇੰਟਲ, ਜਿੰਨਾ ਵੀ ਵਜਨ ਹੈਗਾ। ਉਹ ਤੋਂ ਬਾਅਦ ਅਸੀਂ ਮੰਡੀ ਤੋਂ ਰੇਟ ਪਤਾ ਕਰ ਸਕਦੇ ਹਾਂ। ਹਾਂਜੀ। ਕੀ ਮੰਡੀ 'ਚ ਰੇਟ ਚੱਲ ਰਿਹਾ, ਉਹਦੇ ਹਿਸਾਬ ਨਾਲ ਅਸੀਂ ਆਪਦੀ ਫਸਲ ਦਾ ਬੜੀ ਰੇਟ ਬੰਨ ਕੇ ਤੇ ਕਮਾ ਸਕਦੇ। ਵਧੀਆ ਗੱਲ ਡਾਕਟਰ ਸਾਹਿਬ ਤੁਸੀਂ ਕੀਤੀ ਆ, ਮਾਰਕੀਟ ਰੇਟ ਪਤਾ ਕਰਕੇ ਤੇ ਫਿਰ ਉਹਨੂੰ ਜਿਹੜਾ ਵੱਢਣ ਲੱਗਣ ਤੇ ਮੰਡੀ ਦੇ ਵਿੱਚ ਲੈ ਕੇ ਜਾਣ। ਸੋ ਕਿਸਾਨ ਭਰਾਵੋ, ਉਮੀਦ ਆ ਕਿ ਤੁਸੀਂ ਜ਼ਰੂਰ ਸਾਡੇ ਇਹਨਾਂ ਗੱਲਾਂ ਬਾਤਾਂ ਦਾ ਧਿਆਨ ਰੱਖੋਗੇ ਔਰ ਵਣ ਖੇਤੀ ਵੱਲ ਵੀ ਧਿਆਨ ਦਿਓਗੇ ਤਾਂ ਕਿ ਆਮਦਨ ਦੇ ਵਿੱਚ ਵਾਧਾ ਹੋ ਸਕੇ। ਸੋ ਡਾਕਟਰ ਅਵਤਾਰ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਸ਼ੁਕਰੀਆ ਜੀ। किसानों की आमदनी में वृद्धि और देश में कृषि संबंधी इंफ्रास्ट्रक्चर को मजबूती प्रदान करने के लिए भारत सरकार ने जुलाई 2020 में आत्मनिर्भर भारत पैकेज के तहत एग्रीकल्चर इंफ्रास्ट्रक्चर फंड योजना की शुरुआत की थी, जो कृषि क्षेत्र के लिए बेहद महत्वपूर्ण साबित हो रही है। एग्री इंफ्रा फंड योजना के माध्यम से केंद्र सरकार किसानों को फसलोपरांत बुनियादी ढांचे और सामुदायिक कृषि संपत्तियों के विकास के लिए आर्थिक सहायता प्रदान कर रही है। योजना के तहत वर्ष 2025-26 तक 1 लाख करोड़ रुपए के लोन दिए जाएंगे। 2 करोड़ रुपए तक के ऋण पर 3% ब्याज सब्सिडी और क्रेडिट गारंटी सहायता प्रदान की गई है। कोई भी किसान, कृषि उद्यमी, FPO, प्राथमिक कृषि सहकारी समितियां, स्वयं सहायता समूह, कृषि उपज मंडी समितियां इत्यादि इस योजना का लाभ लेकर देश में गोदाम, प्राथमिक प्रसंस्करण इकाइयां, कोल्ड चेन, कस्टम हायरिंग सेंटर, छंटाई एवं ग्रेडिंग यूनिट इत्यादि स्थापित कर सकते हैं। साथ ही कृषि संबंधित आधुनिक तकनीकों के विकास जैसे कि ड्रोन, रिमोट सेंसिंग, ब्लॉकचेन, IoT इत्यादि के लिए भी योजना के तहत लाभ लिया जा सकता है। लोन लेने की प्रक्रिया बेहद सरल है। ऑनलाइन पोर्टल agriinfra.dac.gov.in पर लॉगिन करके आवेदन किया जा सकता है। सभी आवेदनों का तुरंत निस्तारण किया जा रहा है। तेलंगाना के बालारेड्डी विश्वाराम के स्टार्टअप द्वारा लगाए गए विभिन्न राज्यों में 25 प्रोजेक्ट्स को मात्र 1 दिन के अंदर ही स्वीकृति मिल गई। ये किसानों से कृषि उपज की प्रोसेसिंग कराकर सामान को सीधा बाजार में बेच रहे हैं, जिससे बड़ी संख्या में किसान लाभान्वित हो रहे हैं। 10 स्टेट्स में हम डिस्पैच सेंटर्स को लगा रहे हैं। उसका प्रोजेक्ट कास्ट एक डिस्पैच सेंटर के लिए 5.9 करोड़ है। इसमें हम एग्री इंफ्रास्ट्रक्चर फंड का स्कीम में अप्लाई किया और तुरंत उसका सारा 25 लोकेशंस का अप्रूवल मिल गया। हिमाचल प्रदेश की ढींगी देवी ने योजना की मदद से ग्रेडिंग और पैकेजिंग यूनिट स्थापित किया है, जिससे गांव के अन्य किसानों को भी लाभ हुआ है।
हनुमानगढ़ की गोलूवाला निवादान ग्राम सेवा सहकारी समिति ने योजना का लाभ लेकर बूम स्प्रेयर खरीदा है। इससे लगभग एक दिन के अंदर ये 125 बीघा स्प्रे करता है और इससे समिति को 6,500 रुपये प्रतिदिन आमदन हो रही है और इससे हमारा पैक्स परिवार पूर्णतः गवर्नमेंट का तहे दिल से शुक्रिया अदा करता है। इसी तरह देश भर में हजारों स्वीकृत प्रोजेक्ट के शुरू हो जाने से कृषि क्षेत्र में क्रांति आ रही है। योजना के तहत बनाए गए फार्म गेट इंफ्रास्ट्रक्चर से अधिक निवेश के द्वार खुल रहे हैं, कृषि का आधुनिकीकरण हो रहा है, रोजगार के नए मौके खुल रहे हैं और एग्री सप्लाई चेन में किसानों की भागीदारी बढ़ रही है। तो आप भी इस योजना का लाभ लेकर अपने और देश के विकास में भागीदार बन सकते हैं।